डियर स्टूडेंट आप चैप्टर पढ़ांगे फ्रिक्शन। फ्रिक्शन का मतलब है रगड़। बच्चे जो तुसी अपना स्कूटर कार ਜਾਂ ਸਾਈਕਲ ਚਲਾ ਰਹੇ ਹੁੰਦੇ ਹੋ ਸਾਹਮਣੇ ਟ੍ਰੈਫਿਕ ਸਿਗਨਲ ਦੇ ਵਿੱਚ ਰੈੱਡ ਲਾਈਟ ਆ ਜਾਂਦੀ ਹੈ ਤੁਹਾਨੂੰ ਦੂਰੋਂ ਦਿਖ ਜਾਂਦਾ ਹੈ ਤਾਂ ਤੁਸੀਂ ਕੀ ਕਰਦੇ ਹੋ ਆਪਣੀਆਂ ਕਾਰ ਦੀਆਂ ਜਾਂ ਸਕੂਟਰ ਦੀਆਂ ਜਾਂ ਸਾਈਕਲ ਦੀਆਂ ਬ੍ਰੇਕਸ ਲਗਾਉਣੀਆਂ ਸ਼ੁਰੂ ਕਰ ਦਿੰਦੇ ਹੋ ਤਾਂ ਕਿ ਜਦੋਂ ਟ੍ਰੈਫਿਕ ਸਿਗਨਲ ਤੱਕ ਪਹੁੰਚੀਏ ਕਿ ਸਾਡਾ ਜਿਹੜਾ ਸਾਈਕਲ ਹੈ ਉਹ ਰੁਕ ਜਾਏ। ਤਾਂ ਸਾਨੂੰ ਬ੍ਰੇਕਸ ਲਗਾਉਣ ਦੀ ਕਿਉਂ ਲੋੜ ਪੈਂਦੀ ਹੈ? ਅਗਰ ਅਸੀਂ ਬ੍ਰੇਕਸ ਨਹੀਂ ਲਗਾਵਾਂਗੇ ਤਾਂ ਅਸੀਂ ਕਿਸੇ ਦੇ ਵਿੱਚ ਲੱਗ ਸਕਦੇ ਹਾਂ ਤਾਂ ਸਾਨੂੰ ਰੁਕਣ ਵਾਸਤੇ ਬ੍ਰੇਕਸ ਲਗਾਉਣੀਆਂ ਪੈਂਦੀਆਂ ਹਨ। ਉਨੀ ਦੇਰ ਤੱਕ ਕੋਈ ਵਹੀਕਲਸ ਨਹੀਂ ਸਟਾਪ ਹੋਏਗਾ ਜਿੰਨੀ ਦੇਰ ਤੱਕ ਅਸੀਂ ਉਹਨੂੰ ਐਕਸਟਰਨਲ ਫੋਰਸ ਨਹੀਂ ਲਗਾਵਾਂਗੇ। ਤਾਂ ਐਕਸਟਰਨਲ ਫੋਰਸ ਕੀ ਹੁੰਦੀ ਹੈ? ਬ੍ਰੇਕਸ ਹੁੰਦੀ ਹੈ। ਜਦੋਂ ਐਕਸਟਰਨਲ ਫੋਰਸ ਉਹਦੇ ਤੇ ਲੱਗਦੀ ਹੈ ਤਾਂ ਫਾਈਨਲੀ ਸਾਡਾ ਜਿਹੜਾ ਸਾਈਕਲ ਹੈ ਉਹ ਕੀ ਹੋ ਜਾਂਦਾ? ਸਟਾਪ ਹੋ ਜਾਂਦਾ ਹੈ। ਕਈ ਵਾਰ ਤੁਸੀਂ ਦੇਖਦੇ ਹੋ ਰਸਤੇ ਵਿੱਚ ਜਾਂਦੇ ਅਗਰ ਕੋਈ ਤੁਹਾਡੇ ਪੈਰ ਦੇ ਉੱਤੇ ਬਨਾਨਾ ਦਾ ਛਿਲਕਾ ਆ ਜਾਏ ਤਾਂ ਤੁਸੀਂ ਫਿਸਲ ਜਾਂਦੇ ਹੋ। ਇਹਦਾ ਕਾਰਨ ਕੀ ਹੈ ਬੱਚਿਓ? ਇਹਦਾ ਕਾਰਨ ਹੈ ਰਗੜ, ਫ੍ਰਿਕਸ਼ਨ। ਕਿਉਂ? ਕਿਉਂਕਿ ਕੇਲੇ ਔਰ ਤੁਹਾਡੇ ਜੁੱਤੇ ਦੇ ਵਿੱਚ ਇੱਕ ਜਿਹੜੀ ਹੈ ਸਮੂਥ ਸਰਫੇਸ ਕਿਹੜੀ ਆ ਗਈ? ਕੇਲੇ ਦੀ, ਜਿਸ ਕਰਕੇ ਤੁਹਾਡਾ ਜਿਹੜਾ ਪੈਰ ਆ ਉਹ ਫਿਸਲ ਜਾਂਦਾ ਹੈ। ਅਗਰ ਦੋਨੋਂ ਰਫ ਸਰਫੇਸ ਹੋਣਗੀਆਂ ਯਾਨੀ ਕਿ ਸਮੂਥ ਤੁਸੀਂ ਮਿੱਟੀ ਤੇ ਚੱਲ ਰਹੇ ਹੋ ਤੁਹਾਡੇ ਜੁੱਤੇ ਵੀ ਜਿਹੜੇ ਆ ਉਹ ਗਰੂਵਸ ਵਾਲੇ ਹੋਣਗੇ ਤਾਂ ਤੁਸੀਂ ਨਹੀਂ ਫਿਸਲੋਗੇ ਕਿਉਂਕਿ ਦੋਨੋਂ ਰਫ ਸਰਫੇਸ ਜਦੋਂ ਹੋਣਗੀਆਂ ਉਦੋਂ ਫ੍ਰਿਕਸ਼ਨ ਜਿਹੜੀ ਹੈ ਉਹ ਘੱਟ ਹੋ ਜਾਏਗੀ ਤੇ ਅਸੀਂ ਡਿੱਗਣ ਤੋਂ ਬਚ ਜਾਾਂਗੇ। ਫੋਰਸ ਆਫ ਫ੍ਰਿਕਸ਼ਨ। ਇਹਦੇ ਲਈ ਆਪਾਂ ਇੱਕ ਹੋਰ ਐਗਜ਼ਾਮਪਲ ਲੈਣੇ ਆ। ਅਗਰ ਅਸੀਂ ਇੱਕ ਬੁੱਕ ਟੇਬਲ ਤੇ ਰੱਖ ਦਈਏ ਔਰ ਅਸੀਂ ਇਹਨੂੰ ਰਾਈਟ ਸਾਈਡ ਤੇ ਸਰਕਾਈਏ ਜਾਂ ਰਾਈਟ ਸਾਈਡ ਵੱਲ ਅਸੀਂ ਇਹਨੂੰ ਸਲਾਈਡ ਕਰੀਏ ਤਾਂ ਤੁਸੀਂ ਦੇਖੋਗੇ ਕਿ ਥੋੜੀ ਦੂਰ ਜਾ ਕੇ ਜਿਹੜੀ ਹੈ ਸਾਡੀ ਬੁੱਕ ਹੈ ਉਹ ਰੁਕ ਜਾਂਦੀ ਹੈ। ਇਹਦਾ ਕਾਰਨ ਕੀ ਹੈ? ਇਹਦੇ ਤੇ ਕੀ ਅਪਲਾਈ ਹੋ ਰਹੀ ਹੈ? ਫੋਰਸ ਅਪਲਾਈ ਹੋ ਰਹੀ ਹੈ। ਤਾਂ ਫੋਰਸ ਕਿੱਥੋਂ ਹੋ ਰਹੀ ਹੈ? ਇਹ ਦੋਨੋਂ ਜਿਹੜੀਆਂ ਸਰਫੇਸਿਸ ਨੇ ਇਹ ਕੀ ਨੇ? ਰਫ ਸਰਫੇਸ। ਇਹ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਅਸੀਂ ਰਾਈਟ ਵੱਲ ਸਲਾਈਡ ਕਰਦੇ ਹਾਂ ਤਾਂ ਜਿਹੜੀ ਫੋਰਸ ਹੈ ਉਹ ਕਿੱਧਰ ਨੂੰ ਲੱਗਦੀ ਹੈ? ਲੈਫਟ ਸਾਈਡ ਨੂੰ, ਮਤਲਬ ਉਲਟੀ ਦਿਸ਼ਾ ਨੂੰ। ਅਗਰ ਦੂਸਰੇ ਕੇਸ ਦੇ ਵਿੱਚ ਦੇਖੀਏ ਕਿ ਆਪਾਂ ਰਾਈਟ ਸਾਈਡ ਤੋਂ ਲੈਫਟ ਸਾਈਡ ਵੱਲ ਨੂੰ ਬੁੱਕ ਨੂੰ ਸਰਕਾਈਏ ਤਾਂ ਫੋਰਸ ਕਿੱਧਰ ਨੂੰ ਲੱਗੇਗੀ? ਰਾਈਟ ਸਾਈਡ ਨੂੰ। ਤਾਂ ਫੋਰਸ ਜਿਹੜੀ ਫੋਰਸ ਆਫ ਫ੍ਰਿਕਸ਼ਨ ਹੈ ਇਹ ਹਮੇਸ਼ਾ ਬੱਚਿਓ ਉਲਟ ਡਾਇਰੈਕਸ਼ਨ ਵਿੱਚ ਹੀ ਲੱਗਦੀ ਹੈ। याद रखना है तुसी द फोर्स ऑफ फ्रिक्शन ऑलवेज ओपोज द अप्लाइड फोर्स। जिधर फोर्स लगती है उस तो उल्ट डायरेक्शन वाल साडी जिहड़ी फ्रिक्शन है वो लगती है। नेक्स्ट आ गया फैक्टर्स अफेक्टिंग फ्रिक्शन। किहड़े फैक्टर्स है जिन्हां ते साडी फ्रिक्शन है अफेक्ट करती है? इहदे लई आपां एक एक्टिविटी कर सकते हैं। अगर असीं एक इट लईए जां ब्रिक लईए, एक तुसीं देख रहे हो राइट साइड ते स्प्रिंग बैलेंस, ਤਾਂ ਅਸੀਂ ਇਸ ਨੂੰ ਇੱਕ ਧਾਗੇ ਨਾਲ ਬੰਨ੍ਹੀਏ ਔਰ ਅਸੀਂ ਇਸ ਨੂੰ ਖਿੱਚਣਾ ਸ਼ੁਰੂ ਕਰੀਏ ਤਾਂ ਆਪਾਂ ਇੱਥੋਂ ਇਹਦੀ ਕਿੰਨੀ ਫੋਰਸ ਲੱਗ ਰਹੀ ਹੈ ਇੱਥੋਂ ਆਪਾਂ ਇਹਦੀ ਰੀਡਿੰਗ ਨੋਟ ਕਰ ਸਕਦੇ ਹਾਂ। ਅਗਰ ਦੂਸਰੇ ਕੇਸ ਦੇ ਵਿੱਚ ਅਗਰ ਆਪਾਂ ਪੋਲੀਥੀਨ ਜਿਹੜਾ ਬੈਗ ਹੈ ਜਾਂ ਪੋਲੀਥੀਨ ਸ਼ੀਟ ਹੈ ਇਸ ਇੱਟ ਦੇ ਆਲੇ ਦੁਆਲੇ ਲਪੇਟ ਦਈਏ ਤਾਂ ਫਿਰ ਅਸੀਂ ਰੀਡਿੰਗ ਦੇਖਾਂਗੇ ਦੇ ਵਿੱਚ ਕੀ ਡਿਫਰੈਂਸ ਆਇਆ। क्यों? जो नैक्सट आप पॉलीथीन शीट लीती वो बिल्कुल स्मूथ है तो ਉਹਦੇ ਵਿੱਚ ਉਹ ਜਿਹੜੀ ਇੱਟ है वो ज़्यादा दूर तक सरक जाएगी और साड़ी रीडिंग ਜਿਹੜੀ है पहली रीडिंग नालों डिफरेंट आ जाएगी। सो स्प्रिंग बैलेंस की है? एक स्प्रिंग बैलेंस है ਜਿਹਦੇ ਨਾਲ ਆਪਾਂ ਕੀ ਮੇਜ਼ਰ ਕਰ ਸਕਦੇ ਹਾਂ ਕਿ ਕਿੰਨੀ ਫੋਰਸ ਉਸ ਆਬਜੈਕਟ ਤੇ ਲੱਗੀ। ਇੱਥੋਂ ਸਾਨੂੰ ਫੋਰਸ ਦਾ ਪਤਾ ਚੱਲ ਜਾਂਦਾ ਹੈ। ਨੈਕਸਟ ਹੈ अगर असी एक होर एग्जाम्पल देखिए कि आपां दो स्मूथ सरफेस लेतियां, अगर आपां सैल इहदे ते स्लाइड करांगे तां देखांगे कि जिहड़ा साडा सैल है कितनी दूरी तक जांदा है। नैक्सट पोजीशन दे विच आपां की ले लिया? टेबल दे उपर आपां एक की बिछा दिता? कोई मैट बिछा दिता जां क्लोथ बिछा दिता तां तुसीं देख रहे हो कि ਇੱਥੇ ਜਿਹੜੀ ਹੈ ਸੈੱਲ ਦੀ ਜਲਦੀ ਹੀ ਰੁਕ ਗਿਆ। ਸੋ ਦੋਨੋਂ ਕੇਸਿਸ ਦੇ ਵਿੱਚ ਕੀ ਡਿਫਰੈਂਸ ਤੁਹਾਨੂੰ ਦੇਖਣ ਨੂੰ ਮਿਲਿਆ? ਇੱਥੇ ਸਮੂਥ ਸਰਫੇਸ ਸੀ ਜਿਸ ਕਰਕੇ ਜਿਹੜਾ ਸਾਡਾ ਸੈੱਲ ਹੈ ਉਹ ਕਾਫੀ ਦੂਰ ਤੱਕ ਚਲਾ ਗਿਆ ਔਰ ਜਦੋਂ ਅਸੀਂ ਕੋਈ ਹਾਰਡ ਸਰਫੇਸ ਲੈ ਲਈ ਤਾਂ ਸਾਡਾ ਜਿਹੜਾ ਸੈੱਲ ਹੈ ਉਹ ਪਹਿਲਾਂ ਹੀ ਰੁਕ ਗਿਆ। ਸੋ ਇੱਥੋਂ ਆਪਾਂ ਇਹ
फाइंड आउट कर सकते हैं कि जिहड़ी किहदे ते डिपेंड करती है, फ्रिक्शन नेचर ऑफ द सरफेस से डिपेंड करती है। और फ्रिक्शन है कि ये फ्रिक्शन किस तरह होंदी है, फ्रिक्शन इज कॉज्ड बाय द इरेगुलरिटी ऑन द टू सरफेसिस इन कॉन्टैक्ट। जिहड़ियां दो ਸਰਫੇਸਿਸ ਕੰਟੈਕਟ ਦੇ ਵਿੱਚ ਆਉਂਦੀਆਂ ਨੇ ਉੱਥੇ ਆਪਾਂ ਸਾਡੇ ਕੀ ਲੱਗਦੀ ਹੈ, ਫ੍ਰਿਕਸ਼ਨ। ਸੋ ਇਰੈਗੂਲਰ ਜਦੋਂ ਦੋ ਸਰਫੇਸ ਹੋਣਗੀਆਂ ਤਾਂ ਉਹ ਕੀ ਕਰਦੀਆਂ ਨੇ, ਆਪਣੇ ਇੱਕ ਦੂਜੇ ਨੂੰ ਲੌਕ ਕਰ ਲੈਂਦੀਆਂ ਨੇ। ਲੌਕ ਕਰਨ ਦੀ ਵਜ੍ਹਾ ਦੇ ਨਾਲ ਹੀ ਇਹ ਜਿਹੜੀਆਂ ਨੇ ਸਟਾਪ ਹੋ ਜਾਂਦੀਆਂ ਨੇ। ਫ੍ਰਿਕਸ਼ਨ ਜਿਹੜੀ ਹੈ ਹਮੇਸ਼ਾ ਉਹ ਜ਼ਿਆਦਾ ਹੋਏਗੀ ਜੇ ਰਫ ਸਰਫੇਸ ਹੋਏਗੀ। So the force of friction is greater if rough surface is involved। ਤੁਸੀਂ ਇਹ ਬੁੱਕ ਦੇਖ ਰਹੇ ਹੋ, ਤੁਹਾਨੂੰ ਦੇਖਣ ਨੂੰ ਜ਼ਰੂਰ ਲੱਗ ਰਿਹਾ ਹੋਏਗਾ ਕਿ ਟੇਬਲ ਸਾਡਾ ਬੜਾ ਸਮੂਥ ਹੈ ਔਰ ਬੁੱਕ ਵੀ ਉਹਦੀ ਜਿਹੜੀ ਹੈ ਉੱਪਰ ਬਾਈਂਡਿੰਗ ਹੈ ਉਹ ਵੀ ਬੜੀ ਸਮੂਥ ਹੈ, ਪਰ ਬੇਟਾ ਫਿਰ ਇਹ ਕਿਉਂ ਰੁਕ ਜਾਂਦੀ ਹੈ? ਕਿਉਂਕਿ ਅਗਰ ਅਸੀਂ ਮਾਈਕਰੋਸਕੋਪਿਕ ਨਾਲ ਦੇਖੀਏ ਤਾਂ ਇਹਨਾਂ ਦੋਨਾਂ ਦੇ ਸਰਫੇਸ ਬੜੀਆਂ ਇਰੈਗੂਲਰ ਨੇ, ਜਿਸ ਕਰਕੇ ਇਹ ਦੋਨੋਂ ਜਿਹੜੀਆਂ ਨੇ ਆਪਸ ਦੇ ਵਿੱਚ ਫਸ ਜਾਂਦੀਆਂ ਨੇ, ਜਿਸ ਕਰਕੇ ਤੁਹਾਡੀ ਬੁੱਕ ਹੈ ਜਿਹੜੀ ਉਹ ਸਟਾਪ ਹੋ ਜਾਂਦੀ ਹੈ। ਫ੍ਰਿਕਸ਼ਨ ਦੋ ਸਰਫੇਸਿਸ ਦੇ ਵਿੱਚ ਇੰਟਰਲੋਕਿੰਗ ਕਰਕੇ ਹੀ ਹੁੰਦੀ ਹੈ। force of friction will increase if two surfaces are pressed harder। ਅਗਰ friction of force ਜ਼ਿਆਦਾ ਹੋਏਗੀ ਜੇ ਦੋਨੋਂ ਹੀ ਜਿਹੜੀਆਂ ਸਰਫੇਸਿਸ ਨੇ ਹਾਰਡ ਹੋਣਗੀਆਂ। ਇਹ ਦੇਖੋ ਬਾਕਸ ਹੈ ਜਿਹੜਾ ਹੈ ਇਹਨੂੰ ਟਰਾਈ ਕਰ ਰਿਹਾ ਹੈ ਧੱਕਾ ਲਗਾਉਣ ਦੀ, ਪਰ ਇਹ ਕੀ ਹੈ, ਹਾਰਡ ਹੈ ਔਰ ਇਹ ਮੂਵ ਨਹੀਂ ਕਰ ਰਿਹਾ, ਤਾਂ ਇਸਨੂੰ ਜਿਹੜੀ ਫ੍ਰਿਕਸ਼ਨ ਹੈ ਜਿਹੜੀ ਇਹਦੇ ਤੇ ਨਹੀਂ ਲੱਗ ਪਾ ਰਹੀ। The force required to overcome friction at the instant an object start moving from rest is a measure of static friction। ਜਿਸਨੂੰ ਆਪਾਂ static friction ਕਹਿੰਦੇ ਹਾਂ ਜਾਂ ਸਰਕਨਸ਼ੀਲ ਰਬੜ ਕਹਿੰਦੇ ਹਾਂ। ਦੂਜੇ ਹੱਥ ਦੇਖੀਏ ਤਾਂ ਫੋਰਸ ਜਿਹੜੀ ਹੈ ਚਾਹੀਦੀ, ਅਗਰ ਆਬਜੈਕਟ ਮੂਵ ਕਰ ਰਹੀ ਹੈ ਤਾਂ ਅਸੀਂ ਉਸਨੂੰ ਕੀ ਕਹਿੰਦੇ ਆ, ਸਲਾਈਡਿੰਗ ਫ੍ਰਿਕਸ਼ਨ। ਅਗਰ ਬਾਕਸ ਸਾਡਾ ਸਟਾਰਟ ਹੋ ਜੇ ਸਲਾਈਡ ਕਰਨਾ ਤਾਂ ਜਿਹੜੇ ਦੋਨਾਂ ਸਰਫੇਸਿਸ ਦੇ ਵਿੱਚ ਜਿਹੜੇ ਪੁਆਇੰਟਸ ਨੇ ਉਹਨਾਂ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਉਹ ਆਪਸ ਦੇ ਵਿੱਚ ਇੰਟਰਲੌਕ ਹੋ ਸਕਣ। ਇਸ ਕਰਕੇ ਜਿਹੜੀ ਸਲਾਈਡਿੰਗ ਫ੍ਰਿਕਸ਼ਨ ਹੈ ਉਹ ਹਮੇਸ਼ਾ ਸਟੈਟਿਕ ਫ੍ਰਿਕਸ਼ਨ ਦੇ ਨਾਲੋਂ ਘੱਟ ਹੁੰਦੀ ਹੈ। ਫ੍ਰਿਕਸ਼ਨ ਆ ਨੈਸੈਸਰੀ ਇਵਲ। ਫ੍ਰਿਕਸ਼ਨ ਬੱਚਿਓ ਇੱਕ ਸਾਡੇ ਲਈ ਵਰਦਾਨ ਵੀ ਹੈ ਔਰ ਇੱਕ ਇਹ ਸਾਡੇ ਲਈ ਨੁਕਸਾਨ ਵੀ ਹੈ। ਸੋ ਕਿਸ ਤਰ੍ਹਾਂ ਨੁਕਸਾਨ ਹੈ? ਅਗਰ ਅਸੀਂ ਇੱਕ ਐਗਜ਼ਾਮਪਲ ਲਈਏ ਕਿ ਅਸੀਂ ਇੱਕ ਮਿੱਟੀ ਦਾ ਘੜਾ ਜਾਂ ਗਲਾਸ ਟੰਬਲਰ ਅਸੀਂ ਲੈ ਲਈਏ, ਅਗਰ ਅਸੀਂ ਦੋਨਾਂ ਨੂੰ ਤੇ ਬਾਹਰ ਜਾਂ ਤੇਲ ਲਗਾ ਦਿੱਤਾ ਜਾਏ ਤਾਂ ਤੁਸੀਂ ਦੇਖੋਗੇ ਕਿ ਕਿਸ ਨੂੰ ਪਕੜਨਾ ਜਿਹੜਾ ਔਖਾ ਹੋ ਜਾਏਗਾ। ਦੇਖੋ ਅਰਥਨ ਬੋਰਡ ਦੇ ਵਿੱਚ ਥੋੜੇ ਮਿੱਟੀ ਦੇ ਸੁਰਾਖ ਨੇ, ਇਹ ਹੈਗੀ ਰਫ ਸਰਫੇਸ। ਅਗਰ ਇਹਦੇ ਤੇ ਤੇਲ ਲਗਾ ਦਿੱਤਾ ਜਾਏਗਾ ਤਾਂ ਇਸ ਨੂੰ पकड़ना फिर भी सौखा हो जाएगा एज कंपैरेटिव टू ग्लास, क्योंकि ग्लास ऑलरेडी बड़ा ही ਸਮੂਥ ਸਰਫੇਸ ਆ ਔਰ ਉਹਦੇ ਤੇ ਆਪਾਂ ਤੇਲ ਲਗਾ ਦਈਏ ਤਾਂ ਉਸਨੂੰ ਫੜਨਾ ਹੋਰ ਵੀ ਔਖਾ ਹੋ ਜਾਏਗਾ। ਜੇ ਫ੍ਰਿਕਸ਼ਨ ਨਾ ਹੁੰਦੀ ਤਾਂ ਤੁਸੀਂ ਪੈਨ ਦੇ ਨਾਲ ਜਾਂ ਪੈਨਸਲ ਦੇ ਨਾਲ ਲਿਖ ਵੀ ਨਹੀਂ ਸਕਣਾ ਸੀ। ਚੌਕ ਦੇ ਨਾਲ ਆਪਾਂ ਬਲੈਕ ਬੋਰਡ ਤੇ ਤਾਂ ਹੀ ਲਿਖ ਸਕਦੇ ਹਾਂ ਅਗਰ ਦੋਨਾਂ ਦੀ ਸਰਫੇਸ ਕੀ ਹੈ, ਰਫ, ਜਿਸ ਕਰਕੇ ਜਿਹੜੇ ਚੌਕ ਜਿਹੜੇ ਆ ਪਾਰਟੀਕਲਸ ਹੈ ਉਹ ਬੋਰਡ ਤੇ ਚਿਪਕ ਜਾਂਦੇ ਹਨ ਜਾਂ ਰਗੜ ਦੇ ਕਾਰਨ ਹੀ ਸਾਡਾ ਅਸੀਂ ਅਗਰ ਹਥੌੜੀ ਦੇ ਨਾਲ ਕੰਧ ਦੇ ਵਿੱਚ ਕਿੱਲ ਲਗਾਈਏ ਤਾਂ ਹੀ ਇਹ ਪੋਸੀਬਲ ਹੈ। ਅਗਰ ਆਬਜੈਕਟ मूव करती है, स्टार्ट करती है मूव करना, तो ये रुकेगी नहीं जिन्नी देर तक फ्रिक्शन नहीं होएगी। सो अगर टायरां दे विच ਜਾਂ रोड दे विच टायर तुसी देखे होणगे ਉਹਨਾਂ ਦੇ ਬੜੇ ਗਰੂਵਸ ਬਣੇ ਹੁੰਦੇ ਨੇ ਜਾਂ ਤੁਹਾਡੇ ਜੁੱਤੀਆਂ ਦੇ ਵਿੱਚ ਗਰੂਵਸ ਹੋਣਗੇ ਤਾਂ ਤੁਹਾਡਾ ਚੱਲਣਾ ਜਿਹੜਾ ਸੌਖਾ ਹੋ ਜਾਏਗਾ ਜਾਂ ਕਾਰਾਂ ਦਾ ਚੱਲਣਾ ਸੌਖਾ ਹੋ ਜਾਏਗਾ। ਅਗਰ ਇਹ ਨਹੀਂ ਹੋਣਗੇ ਤਾਂ ਜਿਹੜੇ ਅਸੀਂ ਕਾਰ ਜਾਂ ਅਸੀਂ ਆਪਣੇ ਸ਼ੂਜ਼ ਦੇ ਨਾਲ ਚੱਲ ਨਹੀਂ ਸਕਦੇ। ਸੋ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਦੇਖ ਰਹੇ ਹੋ ਅਗਰ ਇਹ ਸਾਡੇ ਜੁੱਤੇ ਘਸ ਜਾਂਦੇ ਹਾਂ ਜਾਂ ਫਟ ਜਾਂਦੇ ਹਨ, ਰਗੜ ਕਾਰਨ ਹੀ ਇਹ ਫਟ ਜਾਂਦੇ ਹਨ,
ਤਾਂ ਆਪਾਂ ਚੱਲ ਵੀ ਨਹੀਂ ਪਾਵਾਂਗੇ। ਸੋ ਫ੍ਰਿਕਸ਼ਨ ਇਜ਼ ਐਨ ਏਬਲ ਟੂ, ਫ੍ਰਿਕਸ਼ਨ ਨਾਲ ਹੀ ਸਾਡੇ ਜਿਹੜੇ ਮਟੀਰੀਅਲਸ ਹੈ, ਜਿਸ ਤਰ੍ਹਾਂ ਮੈਂ ਦੱਸਿਆ ਕਿ ਚੱਲਣਾ ਤਾਂ ਔਖਾ ਹੋ ਜਾਂਦਾ ਹੈ ਅਗਰ ਰਗੜ ਨਾ ਹੋਏ, ਠੀਕ ਹੈ। ਸੋ ਰਗੜ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਪਰ ਜੇ ਰਗੜ ਲੱਗ ਕੇ ਤਾਂ ਸਾਡੇ ਜਿਹੜੀਆਂ ਜੁੱਤੀਆਂ ਉਹਦੇ ਨਾਲ ਜਿਹੜੀਆਂ ਨੇ ਘਸਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਾਂ ਸਾਡੇ ਸ਼ੂਜ਼ ਹੈ ਫਟ ਜਾਂਦੇ ਨੇ। ਤਾਂ ਇਸ ਤੋਂ ਇਲਾਵਾ ਮਸ਼ੀਨਾਂ ਦੇ ਵਿੱਚ ਜਿਹੜੇ ਸਕਰੂ ਹੈ ਜਾਂ ਬਾਲ ਬੇਅਰਿੰਗਸ ਹੈ, ਇਹ ਜਿਹੜੇ ਹੈ ਟੁੱਟ ਜਾਂਦੇ ਨੇ। ਸੋ ਫ੍ਰਿਕਸ਼ਨ ਹੋਰ ਕੀ ਕਰਦੀ ਹੈ ਬੇਟਾ ਜੀ, ਹੀਟ ਪ੍ਰੋਡਿਊਸ ਕਰਦੀ ਹੈ। ਜਿਸ ਤਰ੍ਹਾਂ ਆਪਾਂ ਆਪਣੇ ਹੱਥਾਂ ਲੀਆਂ ਨੂੰ ਰਗੜੀਏ ਤਾਂ ਉੱਥੇ ਕੀ ਪੈਦਾ ਹੁੰਦੀ ਹੈ, ਹੀਟ ਪੈਦਾ ਹੁੰਦੀ ਹੈ। ਐਸੇ ਤਰੀਕੇ ਦੇ ਨਾਲ ਅਗਰ ਅਸੀਂ ਮੈਚ ਸਟਿਕ ਜੇ ਰਗੜ ਨਾ ਹੋਵੇ ਤਾਂ ਮੈਂ ਜਿਹੜੀ ਹੈ ਮਾਚਿਸ ਹੈ ਉਹ ਨਹੀਂ ਚੱਲੇਗੀ। ਰਗੜ ਕਾਰਨ ਹੀ ਜਿਹੜੀ ਹੈ, ਕਿਉਂਕਿ ਰਗੜ ਕਰਕੇ ਹੀਟ ਪ੍ਰੋਡਿਊਸ ਹੁੰਦੀ ਹੈ ਤਾਂ ਮਾਚਿਸ ਨੂੰ ਜਿਹੜੀ ਹੈ ਅੱਗ ਲੱਗ ਜਾਂਦੀ ਹੈ। ਇਹ ਕਿਤੇ ਕਰਕੇ ਹੈ, ਫ੍ਰਿਕਸ਼ਨ ਕਰਕੇ। ਇੰਕਰੀਜ਼ਿੰਗ ਐਂਡ ਰਿਡਿਊਸਿੰਗ ਫ੍ਰਿਕਸ਼ਨ, ਫ੍ਰਿਕਸ਼ਨ ਦਾ ਵਧਣਾ ਔਰ ਘਟਣਾ। ਅਗਰ ਜਦੋਂ ਅਸੀਂ ਕਾਰ ਜਾਂ ਸਕੂਟਰ ਚਲਾਉਂਦੇ ਹੋਈਏ ਤਾਂ ਸਾਨੂੰ ਬ੍ਰੇਕ ਲਗਾਉਣੀ ਪਵੇ ਤਾਂ ਇਹ ਜਿਹੜੇ ਪੈਡਸ ਨੇ, ਇਹਦੇ ਕਰਕੇ ਸਾਡੀ ਜਿਹੜੀ ਚੱਕੇ ਦੀ ਰਿਮ ਦੀ ਜਿਹੜੀ ਮੋਸ਼ਨ ਹੈ ਉਹ ਕੀ ਹੋ ਜਾਂਦੀ ਹੈ, ਸਲੋ ਡਾਊਨ ਹੋ ਜਾਂਦੀ ਹੈ, ਤੇ ਵੀਲ ਜਿਹੜੇ ਨੇ ਸਾਡੇ ਮੂਵ ਕਰਨਾ ਬੰਦ ਕਰ ਦਿੰਦੇ ਨੇ ਤੇ ਵਹੀਕਲ ਸਾਡਾ ਰੁਕ ਜਾਂਦਾ ਹੈ। ਜਿਹੜੇ ਵੀ ਕਬੱਡੀ ਦੇ ਪਲੇਅਰ ਨੇ ਜਾਂ ਜਿਮਨਾਸਟਿਕ ਜਿਹੜੇ ਖੇਲਦੇ ਨੇ, ਉਹ ਕੀ ਕਰਦੇ ਨੇ, ਖੇਲਣ ਤੋਂ ਪਹਿਲਾਂ ਆਪਣੇ ਹੱਥਾਂ ਤੇ ਕੀ ਲਗਾ ਲੈਂਦੇ ਨੇ, ਸੋਇਲ ਲਗਾ ਲੈਂਦੇ ਨੇ, ਮਿੱਟੀ ਲਗਾ ਲੈਂਦੇ ਨੇ ਜਾਂ ਕੁਝ ਹੋਰ ਲਗਾ ਲੈਂਦੇ ਨੇ, ਤਾਂ ਕਿ ਉਹਨਾਂ ਦੇ ਹੱਥ ਸਲਿਪਰੀ ਨਾ ਰਹਿਣ ਤੇ ਪਕੜਨ ਨਾਲ ਜਿਹੜੀ ਹੈ ਦੂਸਰੇ ਪਲੇਅਰ ਨੂੰ ਆਸਾਨ ਹੋ ਜਾਏ, ਉਹਨਾਂ ਦੀ ਗ੍ਰਿਪ ਜਿਹੜੀ ਹੈ ਆਸਾਨ ਹੋ ਜਾਏ। ਕਈ ਵਾਰ ਤੁਸੀਂ ਦੇਖਿਆ ਹੋਵੇਗਾ, ਆਪਾਂ ਜਦੋਂ ਕੈਰਮ ਬੋਰਡ ਖੇਲਦੇ ਹਾਂ ਤਾਂ ਸਾਡੀ ਜਿਹੜੀ ਗੀਟੀ ਹੈ ਉਹ ਅੱਗੇ ਵੱਲ ਨੂੰ ਜ਼ਿਆਦਾ ਜਾਵੇ ਤਾਂ ਆਪਾਂ ਉਹਦੇ ਤੇ ਕੀ ਅਪਲਾਈ ਕਰਦੇ ਹਾਂ, ਪਾਊਡਰ ਅਪਲਾਈ ਕਰਦੇ ਹਾਂ, ਤਾਂ ਕਿ ਜਿਹੜੀ ਦੋਨਾਂ ਸਰਫੇਸਿਸ ਦੇ ਵਿੱਚ ਇਰੈਗੂਲਰਿਟੀਜ਼ ਹੈ ਉਹ ਕਿਹਦੇ ਨਾਲ ਕਵਰ ਅਪ ਹੋ ਜਾਏ, ਪਾਊਡਰ ਦੇ ਨਾਲ, ਤੇ ਜਿਹੜਾ ਬੋਰਡ ਹੈ ਸਾਡਾ ਉਹ ਸਲਿਪਰੀ ਬਣ ਜਾਏ ਤੇ ਜਿਸ ਨਾਲ ਖੇਲਣਾ ਆਸਾਨ ਹੋ ਜਾਏ। ਇਸ ਤੋਂ ਇਲਾਵਾ ਆਪਾਂ ਆਪਣੇ ਵਹੀਕਲਸ ਜਾਂ ਗੇਟ ਜਾਂ ਡੋਰ ਦੇ ਵਿੱਚ ਕੀ ਅਪਲਾਈ ਕਰਦੇ ਹਾਂ, ਆਇਲ ਅਪਲਾਈ ਕਰਦੇ ਹਾਂ, ਗਰੀਸ ਅਪਲਾਈ ਕਰਦੇ ਹਾਂ ਜਾਂ ਗ੍ਰੇਫਾਈਟ ਅਪਲਾਈ ਕਰਦੇ ਹਾਂ, ਤਾਂ ਕਿ ਸਾਡੀਆਂ ਜਿਹੜੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਰਗੜ ਕਾਰਨ ਟੁੱਟਣ ਨਾ ਤੇ ਸਮੂਥ ਚਲਦੀਆਂ ਰਹਿਣ। ਇਸ ਕਰਕੇ ਅਸੀਂ ਉਹਨਾਂ ਤੇ ਆਇਲ ਵਗੈਰਾ ਅਪਲਾਈ ਕਰਦੇ ਹਾਂ। ਤਾਂ ਬੱਚਿਓ, ਜਿਹੜੇ ਆਪਾਂ ਚੀਜ਼ਾਂ ਨੂੰ ਅਪਲਾਈ ਕਰਦੇ ਹਾਂ ਜਿਵੇਂ ਆਇਲ ਵਗੈਰਾ, ਤਾਂ ਕਿ ਸਾਡੀ ਫ੍ਰਿਕਸ਼ਨ ਜਿਹੜੀ ਆ ਉਹ ਘਟ ਜਾਏ, ਤਾਂ ਅਸੀਂ ਉਸ ਨੂੰ ਕੀ ਕਹਿੰਦੇ ਆ, ਲੂਬਰੀਕੈਂਟ। ਦ ਸਬਸਟੈਂਸ ਵਿਚ ਰਿਡਿਊਸ ਫ੍ਰਿਕਸ਼ਨ ਆਰ ਕਾਲਡ ਲੂਬਰੀਕੈਂਟਸ। ਸੋ ਕਈ ਵਾਰ ਲੂਬਰੀਕੈਂਟਸ ਦੀ ਥਾਂ ਤੇ ਆਪਾਂ ਕੀ ਯੂਜ਼ ਕਰਦੇ ਹਾਂ, 에ਅਰ ਕੁਸ਼ਨ, ਤਾਂ ਕਿ ਫ੍ਰਿਕਸ਼ਨ ਜਿਹੜੀ ਹੈ ਉਹ ਘਟ ਸਕੇ ਤੇ ਸਾਡੇ ਜਿਹੜੇ ਚੀਜ਼ਾਂ ਹੈ ਉਹ ਨਾ ਟੁੱਟ ਸਕਣ। ਥਰਡ ਆ ਗਈ ਜੀ, ਵੀਲ ਰਿਡਿਊਸ ਫ੍ਰਿਕਸ਼ਨ। ਜਿਹੜੇ ਪਹੀਏ ਨੇ ਇਹ ਬੇਟਾ ਜੀ ਫ੍ਰਿਕਸ਼ਨ ਘਟਾਉਂਦੇ ਨੇ। ਕਿਸ ਤਰ੍ਹਾਂ, ਤੁਸੀਂ ਦੇਖਿਆ ਹੋਵੇਗਾ, ਇੱਕ ਅਗਰ ਅਸੀਂ ਬਰੀਫ ਕੇਸ ਨੂੰ ਚੁੱਕੀਏ ਤਾਂ ਉਹ ਭਾਰਾ ਲੱਗਦਾ ਹੈ। ਅੱਜ ਕੱਲ ਤੁਸੀਂ ਦੇਖਿਆ ਹੋਵੇਗਾ ਕਿ ਬਰੀਫ ਕੇਸ ਦੇ ਪਹੀਏ ਲੱਗੇ ਹੁੰਦੇ ਨੇ, ਯਾਨੀ ਕਿ ਸਲਾਈਡਿੰਗ ਰੋਲਿੰਗ ਜਿਹੜੀ ਹੈ, ਰੋਲ ਕਰਨ ਦੇ ਨਾਲ ਸਾਡੀ ਜਿਹੜੀ ਫ੍ਰਿਕਸ਼ਨ ਹੈ ਉਹਦੇ ਨਾਲ ਘੱਟ ਲੱਗਦੀ ਹੈ ਤੇ ਤੁਰਨਾ ਜਿਹੜਾ ਆਸਾਨ ਹੋ ਜਾਂਦਾ ਹੈ। ਔਰ ਇਹ ਤੁਸੀਂ ਖੁਦ ਐਕਟੀਵਿਟੀ ਕਰ ਸਕਦੇ ਹੋ। ਅਗਰ 3 ਅਸੀਂ ਜਾਂ 4 ਪੈਨਸਲ ਲੈ ਲਈਏ ਤੇ ਉੱਪਰ ਅਸੀਂ ਬੁੱਕ ਰੱਖ ਦਈਏ ਤਾਂ ਤੁਸੀਂ ਦੇਖੋਗੇ ਕਿ ਬੁੱਕ ਨੂੰ ਅਸੀਂ ਸਰਕਾਵਾਂਗੇ ਤਾਂ ਕਾਫੀ ਦੂਰ ਤੱਕ ਸਰਕ ਜਾਏਗੀ। ਕਿਉਂਕਿ ਬੁੱਕ ਕਿਹਦੇ ਤੇ ਪਈ ਹੈ, ਪੈਨਸਲ ਤੇ ਪਈ ਹੈ, ਤਾਂ ਪੈਨਸਲ ਨੇ ਜਗ੍ਹਾ ਘੱਟ ਘੇਰੀ ਹੈ। ਅਗਰ ਅਸੀਂ ਬੁੱਕ ਨੂੰ ਸਿੱਧਾ ਹੀ ਟੇਬਲ ਤੇ ਰੱਖ ਦਾਂਗੇ ਤਾਂ ਉਹਦਾ ਕੰਟੈਕਟ ਜਿਹੜਾ ਹੈ ਉਹ ਜ਼ਿਆਦਾ ਹੋਏਗਾ। ਅਗਰ ਕੰਟੈਕਟ ਜਿਹੜਾ ਸਰਫੇਸਿਸ ਦਾ ਘੱਟ ਹੋਏਗਾ ਤੇ ਜਿਹੜੀ friction ਹੈ ਉਨੀ ਹੀ ਘੱਟ ਲੱਗੇਗੀ। So when one body rolls over the surface of another body, the resistance to its motion is called rolling friction। ਤਾਂ ਅਸੀਂ ਉਸਨੂੰ rolling friction ਜਾਂ ਪੰਜਾਬੀ ਦੇ ਵਿੱਚ ਇਸ ਨੂੰ ਬੋਲਦੇ ਹਾਂ ਵੇਲਣੀ ਰਗੜ ਕਹਿੰਦੇ ਹਾਂ। ਰੋਲਿੰਗ ਜਿਹੜੀ ਹੈ ਉਹ ਫ੍ਰਿਕਸ਼ਨ ਨੂੰ ਘੱਟ ਕਰਦੀ ਹੈ ਔਰ ਹਮੇਸ਼ਾ ਹੀ ਈਜ਼ੀ ਰਹਿੰਦਾ ਹੈ ਇਹਨੂੰ ਸਲਾਈਡ ਕਰਨਾ ਇੱਕ
बॉडी तो ऊपर। रोलिंग फ्रिक्शन स्लाइडिंग फ्रिक्शन नालों घट हुंदी है। स्लाइडिंग रिप्लेस्ड इन मोस्ट मशीन बाय रोलिंग बाय द यूज ऑफ बॉल बेयरिंग्स। और कॉमन एग्जांपल ਇਹਦੀਆਂ ਹੈਗੀਆਂ ਨੇ ਸੀਲਿੰਗ ਫੈਨਸ ਔਰ ਬਾਈਸਾਈਕਲ ਜਿਹੜੇ ਐਕਸਲਸ ਇਹ ਤੁਸੀਂ ਦੇਖ ਰਹੇ ਹੋ, ਇਹਦੇ ਨਾਲ ਜਿਹੜੀ ਆ ਫ੍ਰਿਕਸ਼ਨ ਹੈ ਉਹ ਘਟ ਜਾਂਦੀ ਹੈ। ਸੋ ਆਪਾਂ ਹੁਣ ਪੜ ਚੁੱਕੇ ਹਾਂ स्टैटिक फ्रिक्शन तीन तरह ਦੀਆਂ ਆਪਾਂ ਪੜੀਆਂ, स्टैटिक फ्रिक्शन, स्लाइडिंग फ्रिक्शन ਤੇ रोलिंग फ्रिक्शन। ਜਦੋਂ ਬਾਕਸ ਅੱਗੇ ਵੱਲ ਨੂੰ ਮੂਵ ਨਹੀਂ ਕਰ ਰਿਹਾ ਤਾਂ ਇਸ ਨੂੰ ਆਪਾਂ ਕੀ ਬੋਲਦੇ ਆ, स्टैटिक फ्रिक्शन। ਇਹ ਕੀ ਹੈ ਬੇਟਾ, ਤੁਸੀਂ ਪਾਰਕ ਦੇ ਵਿੱਚ ਦੇਖਿਆ ਹੋਵੇਗਾ ਜਦੋਂ ਅਸੀਂ ਸਲਾਈਡ ਕਰਕੇ ਆਨੇ ਹਾਂ ਤਾਂ ਇਸ ਨੂੰ ਆਪਾਂ ਕੀ ਕਹਿੰਦੇ ਆ, ਸਲਾਈਡਿੰਗ फ्रिक्शन। जिस तरह एग्जांपल ਪਿੱਛੇ ਦਿੱਤੀ ਹੈ, ਪੈਨਸਲ ਸੈੱਲ ਨੂੰ ਆਪਾਂ ਅਗਰ बोर्ड ते स्लाइड कराइए तो वो काफ़ी दूर तक चले जाते ने। और अगर असी सिंपल करिए बॉक्स नू अगे वाल नू तो इसनू ढकना मुश्किल है। पर अगर असी इहदे ते रोल लगा दिता जाइए या पहिए लगा दिए, जिद्दां पढ़िया कि व्हील रिड्यूसिस फ्रिक्शन, तो इहदे नाल जिहड़ी है आसानी हो जाती है। फ्रिक्शन, स्टैटिक फ्रिक्शन, स्लाइडिंग फ्रिक्शन और रोलिंग फ्रिक्शन तुसी देख रहे हो। अगर इधर फ्रिक्शन जिहड़ी है हमेशा किधर नू लगदी है, ओपोजिट डायरेक्शन नू। ये सीगी स्टैटिक जिहदे विच साडी कोई मोशन नहीं हो रही, ठीक है जी। नैक्सट स्लाइडिंग फ्रिक्शन दे विच जदों मोशन हो रही है तो फ्रिक्शन किधर नू लग रही है, ओपोजिट डायरेक्शन नू। रोलिंग दे विच जदों फोर्स इधर नू लग रही है तो फ्रिक्शन जिहड़ी है हमेशा उल्टी डायरेक्शन दे विच ही लगेगी। रोल करके एक थां तो दूजी थां ते बॉक्स नू जिहड़ा ले जाना है आसान है। नैक्सट आपां पढ़िया कि जिहड़े जुत्ते है उन्हां दे ग्रूव्स क्यों लगाए जांदे ने, ताकि जिहड़े है चलना जिहड़ा आसान हो सके और रफ सरफेस दे नाल जिहड़ा सानू चलना औखा हो जाता है। टायर्स तुसी देख रहे हो, क्लीयर पिक्चर। इस तरह इन्हां दे विच कट बनाए जाते ने ताकि प्लेन करके जिहड़ी रगड़ ना लग सके। और जदों टायर पूरी तरह घस जाते हैं तां फटने शुरू हो जाते ने और एक्सीडेंट होने का चांस भी जिहड़ा है बढ़ जाता है। नैक्सट आ गया फ्लूइड फ्रिक्शन। फ्लूइड फ्रिक्शन साइंस के विच बच्चों गैस और लिक्विड्स नू नाम दिता है फ्लूइड्स। फ्रिक्शनल फोर्स एक्सर्टेड बाय फ्लूइड इज आल्सो कॉल्ड ड्रैग, जां जिसनू इसनू खिच भी कहते हैं। फ्रिक्शनल फोर्स डिपेंड करती है फ्लूइड दी स्पीड ते और शेप ते। किस तरह की शेप है फ्लूइड दी ओहदे ते डिपेंड करती है। तुसी देखिया होएगा कि हमेशा जिहड़े जहाज है उन्हां दी शेप अगे वाल नू तिखी और किस तरह जिस तरह पंछियां दी अगों वाल नू तिखी हुंदी है, बिल्कुल उस तरीके दे नाल ही हवाई जहाज़ां दी शेप भी बनाई जाती है। जिस तरह मछली दी जिहड़ी शेप है वो स्ट्रीम लाइन हुंदी है, उसे तरीके दे नाल जहाज दी भी जिहड़े पानी दे जहाज है उहदी शेप भी उस तरह ही बनाई जाती है, ताकि जदों ये अगे वाल नू चलन तां इन्हां दी जिहड़ी है ये फ्रिक्शन नू घट कर सकन। सो होप तुहानू चैप्टर समझ आ गया होएगा। हुण आपां क्वेश्चन वल करदे हां। First blank, friction oppose the dash between the surface in contact with each other। ਤਾਂ फ्रिक्शन बच्चों किधर नू लगती है, जिधर मोशन होवे। फ्रिक्शन हमेशा उल्ट डायरेक्शन दे विच, ते इत्थे आंसर की आ जाएगा मोशन। फ्रिक्शन डिपेंड ऑन द डैश ऑफ सर्फेसिस। फ्रिक्शन किधे ते डिपेंड करती है, सर्फेसिस दी नेचर ते कि स्मूथ है या रफ है। फ्रिक्शन प्रोड्यूसेस डैश, फ्रिक्शन की प्रोड्यूस करती है, हीट। स्प्रिंकलिंग ऑफ पाउडर ऑन द कैरम बोर्ड डैश फ्रिक्शन, तां की हो जाएगी फ्रिक्शन रिड्यूस हो जाएगी। स्लाइडिंग फ्रिक्शन
is dash than the static friction. Sliding friction हमेशा ही static friction नालों घट हुंदी है, that is less than. Next question, 4 children were asked to arrange force due to rolling, static and sliding friction in decreasing order. Their arrangements are given below. Choose the correct arrangement. 4 children ਨੂੰ ਕਿਹਾ ਕਿ ਉਹ force ਜਿਹੜੀ ਹੈ rolling friction, static ਤੇ sliding friction ਨੂੰ ਘਟਦੇ ਕ੍ਰਮ ਅਨੁਸਾਰ ਲਗਾਉਣ ਤਾਂ ਤੁਹਾਡਾ ਕੀ ਆਨਸਰ ਆਏਗਾ। ਸਭ ਤੋਂ ਪਹਿਲਾਂ ਆ ਜਾਂਦਾ ਜੀ ਆਪਾਂ ਪੜਿਆ ਕਿ ਸਟੈਟਿਕ ਤੇ ਜ਼ਿਆਦਾ, ਫਿਰ ਸਲਾਈਡਿੰਗ ਤੇ ਫਿਰ ਰੋਲਿੰਗ ਤੇ ਕੀ ਲੱਗਦੀ ਹੈ, ਸਭ ਤੋਂ ਘੱਟ ਲੱਗਦੀ ਹੈ। ਕਿਉਂ ਘੱਟ ਲੱਗਦੀ ਹੈ? ਕਿਉਂਕਿ ਜਦੋਂ ਇਰੈਗੂਲਰ ਸਰਫੇਸਿਸ ਹੋਣਗੀਆਂ ਤਾਂ ਉਹਨਾਂ ਦੇ ਵਿੱਚ ਇੰਟਰਲੋਕਿੰਗ ਜ਼ਿਆਦਾ ਹੋ ਜਾਏਗੀ ਤੇ ਸਟੈਟਿਕ ਫ੍ਰਿਕਸ਼ਨ ਦੇ ਵਿੱਚ ਕਿਉਂਕਿ ਬਾਕਸ ਸਾਡਾ ਸਾਰਾ ਕੰਟੈਕਟ ਆ ਜਾਂਦਾ ਨੀਚੇ ਵਾਲੀ ਸਰਫੇਸ ਦੇ ਨਾਲ ਤੇ ਉੱਥੇ ਜਿਹੜੀ ਫ੍ਰਿਕਸ਼ਨ ਹੈ ਜ਼ਿਆਦਾ ਹੋਏਗੀ। ਸਲਾਈਡਿੰਗ ਫ੍ਰਿਕਸ਼ਨ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲ ਦਿੱਤੀ ਹੈ, ਬੱਚਾ ਪਾਰਕ ਦੇ ਵਿੱਚ ਝੂਲਾ ਲੈ ਰਿਹਾ ਹੈ ਤਾਂ ਉੱਥੇ ਜਿਹੜੀ ਇੰਟਰਲੋਕਿੰਗ ਥੋੜੀ ਘੱਟ ਹੋਏਗੀ ਤੇ ਰੋਲਿੰਗ ਦੇ ਵਿੱਚ ਜਦੋਂ ਆਪਾਂ ਇੱਕ ਟਰਾਲੀ ਰੋਲ ਕਰਕੇ ਲੈ ਕੇ ਜਾਂਦੇ ਆ ਤਾਂ ਸਿਰਫ ਪਹੀਆਂ ਦੇ ਨਾਲ ਹੀ ਕੰਟੈਕਟ ਆਉਂਦਾ ਹੈ ਨੀਚੇ ਵਾਲੀ ਸਰਫੇਸ ਦਾ ਤੇ ਉੱਥੇ ਸਭ ਤੋਂ ਘੱਟ ਹੋਏਗੀ। ਸੋ ਸਾਡਾ ਜਿਹੜਾ ਐਗਜ਼ੈਕਟ ਆਰਡਰ ਹੈ ਉਹ ਕੀ ਹੈ, ਸਟੈਟਿਕ, ਸਲਾਈਡਿੰਗ ਤੇ ਰੋਲਿੰਗ। ਨੈਕਸਟ ਹੈ ਅਲੀਦਾ ਰਨਸ ਹਰ ਟॉय ਕਾਰ ਔਨ ਡਰਾਈ ਮਾਰਬਲ ਫਲੋਰ। ਅਲੀਦਾ ਨੇ ਆਪਣੀ ਜਿਹੜੀ ਟॉय ਕਾਰ ਹੈ ਸੁੱਕਾ ਮਾਰਬਲ ਦਾ ਸੰਗਮਰਮਰ ਦੇ ਫਰਸ਼ ਦੇ ਉੱਤੇ ਉਹਨੇ ਕਾਰ ਭਜਾਈ ਵੈਟ ਮਾਰਬਲ ਤੇ, ਨਿਊਜ਼ਪੇਪਰ ਤੇ, ਟਾਵਲ ਤੇ। ਫਿਰ ਦੱਸੋ ਕਿ ਇਨਕਰੀਜ਼ਿੰਗ ਆਰਡਰ ਕਿੱਥੇ ਹੋਏਗਾ ਤਾਂ ਸਾਡੀ ਬੇਟਾ ਜੀ ਆਪਸ਼ਨ ਆ ਜਾਏਗੀ ਵੈਟ ਮਾਰਬਲ ਫਲੋਰ, ਫਿਰ ਡਰਾਈ ਮਾਰਬਲ ਫਲੋਰ, ਫਿਰ ਨਿਊਜ਼ਪੇਪਰ ਤੇ ਟਾਵਲ, ਕਿਉਂਕਿ ਟਾਵਲ ਦੀ ਜਿਹੜੀ ਹੈ ਸਰਫੇਸ ਜਿਹੜੀ ਹੈ ਉਹ ਜ਼ਿਆਦਾ ਰਫ ਹੈ, ਇਸ ਕਰਕੇ ਸਭ ਤੋਂ ਲਾਸਟ ਉਹਦੇ ਵਿੱਚ ਆਏਗਾ। ਨੈਕਸਟ ਆ ਗਿਆ ਸਪੋਜ਼ ਯੂ ਆਰ ਰਾਈਟਿੰਗ ਡੈਸਕ ਇਜ਼ tilted a little। अगर ਤੁਹਾਡਾ ਲਿਖਣ ਵਾਲਾ ਜਿਹੜਾ ਡੈਸਕ ਹੈ ਉਸ ਨੂੰ ਥੋੜਾ ਜਿਹਾ ਟਿਲਟ ਕਰ ਦਿੱਤਾ ਜਾਂ ਟੇਢਾ ਕਰ ਦਿੱਤਾ ਤਾਂ ਜਿਹੜੀ ਇਹਦੇ ਤੇ ਬੁੱਕ ਰੱਖੀ ਹੈ ਉਹ ਕੀ ਕਰੇਗੀ, ਸਲਾਈਡ ਕਰਨਾ ਸ਼ੁਰੂ ਕਰ ਦੇਗੀ ਤਾਂ ਸ਼ੋ ਦਾ ਡਾਇਰੈਕਸ਼ਨ ਆਫ ਫ੍ਰਿਕਸ਼ਨ ਫੋਰਸ ਐਕਟਿੰਗ ਔਨ ਇਟ। ਤਾਂ ਬੇਟਾ ਮੈਂ ਦੱਸਿਆ ਹੈ ਕਿ ਜਿੱਧਰ ਨੂੰ ਕੋਈ ਚੀਜ਼ ਮੂਵ ਕਰਦੀ ਹੈ ਤਾਂ ਉਹਦੀ ਉਲਟ ਡਾਇਰੈਕਸ਼ਨ ਦੇ ਵੱਲ ਕੀ ਲੱਗਦੀ ਹੈ, force लगती है। The direction of force is opposite to direction of its motion and act in the upward direction। अगर बुक नीचे वाल नू आ रही है तो motion frictional force किधर नू लगेगी, ऊपर वाल नू। You spill a bucket of soapy water on the marble floor accidentally। अगर तुहाडे हाथ दे विचों बाल्टी जिहड़ी है साबन वाले पानी दी गिर गई है, would it make it easier or more difficult for you to walk on the floor by। ਕਿ ਤੁਹਾਡੇ ਲਈ ਚੱਲਣਾ ਜਿਹੜਾ ਹੈ ਫਲੋਰ ਤੇ ਸੌਖਾ ਹੋਏਗਾ ਜਾਂ ਔਖਾ ਹੋਏਗਾ, ਜੇ ਹੋਏਗਾ ਤੇ ਕਿਉਂ। ਅਸੀਂ ਬੱਚੋ ਵੀ ਆਰ ਏਬਲ ਟੂ ਵਾਕ ਫ੍ਰਿਕਸ਼ਨ, ਕਿਉਂਕਿ ਅਸੀਂ ਰਗੜ ਹੈ ਤਾਂ ਆਪਾਂ ਚੱਲ ਸਕਦੇ ਹਾਂ। ਸਾਡੀ ਗਰਾਊਂਡ ਔਰ ਫੀਟ ਦੇ ਵਿਚਕਾਰ ਅਗਰ ਅੱਛੀ ਫ੍ਰਿਕਸ਼ਨ ਹੈ, ਅਗਰ ਜਿਹੜੀ ਗਰਾਊਂਡ ਔਰ ਫੀਟ ਦੇ ਵਿੱਚ ਫ੍ਰਿਕਸ਼ਨ ਜਿਹੜੀ ਹੈ ਉਹ ਘੱਟ ਹੋਏਗੀ ਸਾਨੂੰ ਚੱਲਣਾ ਔਖਾ ਹੋ ਜਾਏਗਾ, ਜਿਸ ਕਰਕੇ ਅਸੀਂ ਗਿਰ ਸਕਦੇ ਹਾਂ। ਤਾਂ ਜਿਹੜੀ ਫੋਰਸ ਆਫ ਫ੍ਰਿਕਸ਼ਨ ਬਿਟਵੀਨ ਗਰਾਊਂਡ ਐਂਡ ਫੀਟ ਡਿਕਰੀਜ਼ ਉਹ ਘਟ ਗਈ ਕਿਹਦੇ ਕਰਕੇ, ਜਦੋਂ ਪਾਣੀ ਕੀ ਸੋਪੀ ਵਾਟਰ ਜਿਹੜਾ ਸਾਬਣ ਵਾਲਾ ਪਾਣੀ ਗਿਰ ਗਿਆ, ਇਸ ਕਰਕੇ ਸਾਨੂੰ ਉੱਤੇ ਚੱਲਣਾ ਜਿਹੜਾ ਹੈ ਮੁਸ਼ਕਿਲ ਹੋ ਜਾਏਗਾ। ਵਾਈ ਸਪੋਰਟਮੈਨ ਸ਼ੂਜ਼ ਵਿਦ ਸਪਾਈਕਸ। ਜਿੱਦਾਂ ਤੁਸੀਂ ਸ਼ੂਜ਼ ਦੇਖੇ ਆ ਉਹਨਾਂ ਦੇ ਵਿੱਚ ਸਪਾਈਕਸ ਕਿਉਂ ਹੋਣੇ ਚਾਹੀਦੇ ਨੇ, ਕਿਉਂਕਿ ਅਗਰ ਸਪਾਈਕਸ ਵਾਲੇ ਸ਼ੂਜ਼ ਅਸੀਂ ਪਾਵਾਂਗੇ ਉਹਦੇ ਨਾਲ ਸਾਡੀ ਕੀ ਆ ਜਾਂਦੀ ਹੈ, ਬੈਟਰ ਗ੍ਰਿਪ ਆਏਗੀ। ਜੇ ਬੈਟਰ ਗ੍ਰਿਪ ਆਏਗੀ ਤਾਂ ਅਸੀਂ ਆਸਾਨੀ ਦੇ ਨਾਲ ਦੌੜ ਸਕਾਂਗੇ। ਸੋ ਜਿਹੜੇ ਸਪਾਈਕ ਵਾਲੇ ਸ਼ੂਜ਼ ਨੇ ਉਹ ਕੀ ਕਰਦੇ ਨੇ, ਇਨਕਰੀਜ਼ ਕਰਦੇ ਨੇ, ਇਸ ਕਰਕੇ ਸਾਨੂੰ ਦੌੜਨਾ ਆਸਾਨ ਰਹਿੰਦਾ ਹੈ। ਨੈਕਸਟ, ਇਕਬਾਲ ਹੈਜ਼ ਟੂ push a lighter box and Seema has to push a similar heavier box on the same floor। Who will have to apply a large force and why। इकबाल
ने लाइट बॉक्स ਨੂੰ ਧੱਕਾ ਮਾਰਨਾ ਹੈ ਔਰ ਸੀਮਾ ਨੇ ਵੱਡੇ ਬਾਕਸ ਨੂੰ ਜਾਂ ਹੈਵੀਅਰ ਬਾਕਸ ਨੂੰ ਸੇਮ ਫਲੋਰ ਤੇ ਤੁਸੀਂ ਦੱਸੋ ਕਿ ਕਿੰਨੂੰ ਜਿਹੜੀ ਫੋਰਸ ਹੈ ਜ਼ਿਆਦਾ ਲੱਗੇਗੀ ਤਾਂ ਕਿਉਂ। ਫੋਰਸ ਆਫ ਫ੍ਰਿਕਸ਼ਨ ਉਦੋਂ ਹੀ ਹੁੰਦੀ ਹੈ ਜਦੋਂ ਦੋ ਸਰਫੇਸਿਸ ਦੇ ਵਿੱਚ ਕੀ ਹੋ ਜਾਏ ਇਰੈਗੂਲਰਿਟੀ ਹੋ ਜਾਏ। ਜਦੋਂ ਹੈਵੀ ਆਬਜੈਕਟ ਫਲੋਰ ਤੇ ਪਈ ਹੋਏਗੀ ਤਾਂ ਜਿਹੜੀ ਉਹਨਾਂ ਦੀ ਇੰਟਰਲੋਕਿੰਗ ਹੈ ਇਰੈਗੂਲਰਿਟੀਜ਼ ਦੀ ਉਹ ਕੀ ਆ ਜਾਏਗੀ ਜ਼ਿਆਦਾ ਆ ਜਾਏਗੀ। ਸੋ ਦੋਨੋਂ ਸਰਫੇਸਿਸ ਜਦੋਂ ਆਪਾਂ ਪ੍ਰੈਸ ਹਾਰਡ ਹੋ ਜਾਣਗੀਆਂ ਸੋ ਮੋਰ ਫੋਰਸ ਇਜ਼ ਰਿਕੁਆਇਰਡ ਟੂ ਓਵਰਕਮ ਦਾ ਇੰਟਰਲੋਕਿੰਗ। ਸੋ ਹੈਵੀਅਰ ਜਿਹੜਾ ਬਾਕਸ ਹੈ ਸੀਮਾ ਨੂੰ ਕੀ ਕਰਨਾ ਪਏਗਾ ਜ਼ਿਆਦਾ ਉਹਨੂੰ ਫੋਰਸ ਲਗਾਣੀ ਪਏਗੀ ਇਕਬਾਲ ਨਾਲੋਂ ਜ਼ਿਆਦਾ। Why sliding friction is less than static friction? Sliding friction static friction ਨਾਲੋਂ ਕਿਉਂ ਘੱਟ ਹੁੰਦੀ ਹੈ। ਫ੍ਰਿਕਸ਼ਨ ਬੱਚੋ ਉਦੋਂ ਲੱਗਦੀ ਹੈ ਜਦੋਂ ਕਿ ਦੋਨੋਂ ਆਬਜੈਕਟ ਦੇ ਸਰਫੇਸਿਸ ਦੇ ਵਿੱਚ ਇਰੈਗੂਲਰਿਟੀਜ਼ ਆ ਜਾਣ ਔਰ ਉਹ ਆਪਸ ਦੇ ਵਿੱਚ ਕੀ ਕਰ ਲੈਣ ਇੰਟਰਲੋਕ। ਸਲਾਈਡਿੰਗ ਫ੍ਰਿਕਸ਼ਨ ਦੇ ਵਿੱਚ ਜਿਹੜਾ ਟਾਈਮ ਹੈ ਮੈਂ ਅੱਗੇ ਵੀ ਦੱਸਿਆ ਹੈ ਕਿ ਉਹ ਮੂਵ ਕਰਦੀ ਹੈ ਤੇ ਉਹਨਾਂ ਨੂੰ ਮੂਵ ਜਦੋਂ ਕਰਦੀ ਹੈ ਤਾਂ ਉਹਦੇ ਕੋਲੋਂ ਟਾਈਮ ਘੱਟ ਹੁੰਦਾ ਹੈ ਜਿਸ ਕਰਕੇ ਉਹਨਾਂ ਦੀ ਇੰਟਰਲੋਕਿੰਗ ਜਿਹੜੀ ਆ ਸਟਰੋਂਗ ਨਹੀਂ ਹੁੰਦੀ। ਇਸ ਕਰਕੇ ਉਹਦੇ ਤੇ ਕੀ ਲੱਗਦੀ ਹੈ ਲੈਸ ਫੋਰਸ ਇਜ਼ ਰਿਕੁਆਇਰਡ ਟੂ ਓਵਰਕਮ ਦਿਸ ਇੰਟਰਲੋਕਿੰਗ। ਇਸ ਕਰਕੇ ਹੀ ਸਲਾਈਡਿੰਗ ਫ੍ਰਿਕਸ਼ਨ ਜਿਹੜੀ ਹੈ ਉਹ ਸਟੈਟਿਕ ਫ੍ਰਿਕਸ਼ਨ ਨਾਲੋਂ ਘੱਟ ਹੁੰਦੀ ਹੈ। ਨੈਕਸਟ ਆ ਗਿਆ ਐਗਜ਼ਾਮਪਲ ਦੱਸੋ ਕਿ ਫ੍ਰਿਕਸ਼ਨ ਇੱਕ ਫਰੈਂਡ ਵੀ ਹੈ ਔਰ ਇੱਕ ਉਹ ਵੀ ਹੈ ਦੁਸ਼ਮਣ ਵੀ ਹੈ। ਤਾਂ ਮੈਂ ਪਹਿਲੇ ਦੱਸਿਆ ਫ੍ਰਿਕਸ਼ਨ ਹੈ ਤਾਂ ਬੇਟਾ ਜੀ ਆਪਾਂ ਚੱਲ ਸਕਦੇ ਹਾਂ। ਫ੍ਰਿਕਸ਼ਨ ਕਰਕੇ ਹੀ ਆਪਾਂ ਲਿਖ ਸਕਦੇ ਹਾਂ ਕਾਪੀ ਤੇ। ਦੂਸਰਾ ਡਿਸਐਡਵਾਂਟੇजेस ਕੀ ਹੈ ਅਗਰ ਇਹਦੇ ਡਿਸਐਡਵਾਂਟੇजेस ਇਹ ਹਨ ਕਿ ਟਾਇਰ ਤੇ ਜਿਹੜੇ ਸੋਲ ਹੈ ਸਾਡੇ ਸ਼ੂਜ਼ ਦੇ ਉਹ ਘਸ ਜਾਂਦੇ ਨੇ ਔਰ ਜਿਹੜੇ ਕਿਉਂਕਿ ਫ੍ਰਿਕਸ਼ਨ ਦੇ ਨਾਲ ਕੀ ਪ੍ਰੋਡਿਊਸ ਹੁੰਦੀ ਹੈ ਹੀਟ ਪ੍ਰੋਡਿਊਸ ਹੁੰਦੀ। ਹੀਟ ਪ੍ਰੋਡਿਊਸ ਹੋਣ ਦੇ ਨਾਲ ਇਹ ਜਿਹੜੀਆਂ ਨੇ ਮਸ਼ੀਨਸ ਨੂੰ ਡੈਮੇਜ ਕਰ ਦਿੰਦੇ ਨੇ। ਵਾਈ ਆਬਜੈਕਟਸ ਮੂਵਿੰਗ ਇਨ ਫਲੂਇਡ ਮਸਟ ਹੈਵ ਸਪੈਸ਼ਲ ਸ਼ੇਪ। ਦੱਸੋ ਕਿ ਜਿਹੜੀਆਂ ਚੀਜ਼ਾਂ ਫਲੂਇਡਸ ਦੇ ਵਿੱਚ ਯਾਨੀ ਕਿ ਹਵਾ ਮੈਂ ਦੱਸਿਆ ਕਿ ਫਲੂਇਡਸ ਨੂੰ ਆਪਾਂ ਕੀ ਨਾਮ ਦਿੱਤਾ ਹੈ ਗੈਸਾਂ ਔਰ ਲਿਕੁਇਡ ਯਾਨੀ ਕਿ ਪਾਣੀ ਨੂੰ ਆਪਾਂ ਕੀ ਨਾਮ ਦਿੱਤਾ ਹੈ ਫਲੂਇਡਸ। ਇਹਨਾਂ ਵਾਸਤੇ ਸਪੈਸ਼ਲ ਸ਼ੇਪਸ ਕਿਉਂ ਹੁੰਦੀਆਂ ਨੇ। ਤੁਸੀਂ ਦੇਖਿਆ ਹੋਵੇਗਾ ਕਿ ਹਵਾ ਦੇ ਵਿੱਚ ਜਿਹੜੇ ਪੰਛੀ ਜਾਂ ਐਰੋਪਲੇਨ ਜਦੋਂ ਉੜਦੇ ਨੇ ਉਹਨਾਂ ਦੀ ਸ਼ੇਪ ਜਿਹੜੀ ਆ ਉਹ ਅੱਗੇ ਵੱਲ ਨੂੰ ਬਰੀਕ ਹੁੰਦੀ ਹੈ ਤਾਂ ਜਾਂ ਪਾਣੀ ਦੇ ਵਿੱਚ ਚੱਲਣ ਵਾਲੇ ਜਹਾਜ਼ ਹੈ ਉਹ ਵੀ ਅੱਗੋਂ ਤਿਕੋਨੇ ਜਿਹੇ ਹੁੰਦੇ ਨੇ। ਇਸ ਕਰਕੇ ਉਹਨਾਂ ਦੀ ਸਪੈਸ਼ਲ ਸ਼ੇਪਸ ਬਣਾਈਆਂ ਜਾਂਦੀਆਂ ਨੇ ਤਾਂ ਕਿ ਉਹ ਕੀ ਕਰ ਸਕਣ ਫੋਰਸ ਨੂੰ oppose ਕਰ ਸਕਣ। When a body moves through a fluid, it experiences a opposing force which try to oppose its motion through fluid. This opposing force is known as the drag force. ਵੀ ਅਸੀਂ ਉਸਨੂੰ ਕਹਿੰਦੇ ਹਾਂ। Frictional force depend ਕਰਦੀ ਹੈ shape of the body. By giving a special shape, force of friction act on it can be minimized. ਉਸ ਕਰਕੇ ਉਹਦੀ ਜਿਹੜੀ ਆਪਾਂ ਫੋਰਸ ਹੈ friction ਹੈ ਘੱਟ ਕਰ ਸਕਦੇ ਹਾਂ। Hence it become easier for the body to move through the fluid ਤਾਂ ਕਿ fluid ਦੇ ਵਿੱਚ ਚੱਲਣਾ ਜਿਹੜਾ ਆਸਾਨ ਹੋ ਸਕੇ। Thank you.